ਅੱਜ ਦੀ ਮੀਟਿੰਗ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਹੋਈ ਹੈ। ਜਿਹਦੇ ਫੈਸਲਾ ਕੀਤਾ ਗਿਆ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜੀ ਚਿੱਠੀ ਸੈਂਟਰ ਦੇ ਜੁਆਇੰਟ ਸੈਕਟਰੀ ਵੱਲੋਂ ਅਗਰਵਾਲ ਵੱਲੋਂ ਆਈ ਆ ਉਹਦੇ ਸੰਬੰਧ ਦੇ ਵਿੱਚ ਕੀ ਜਵਾਬ ਦੇਣਾ, ਕੀ ਫੈਸਲਾ ਲੈਣਾ, ਇਹ ਸਮੁੱਚੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੀ ਕੱਲ੍ਹ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਊਗਾ। ਜੋ ਅੱਜ ਫੈਸਲੇ ਲੈ ਗਏ ਆ ਉਹ ਇਹ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜੇ ਆ ਰਹੇ ਆ, ਖਾਸ ਤੌਰ 'ਤੇ ਵੱਡੇ ਸਾਹਿਬਜ਼ਾਦਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਦਾ। ਇਸ ਦੌਰ ਦੇ ਵਿੱਚ ਸ਼ਹੀਦੀ ਦਿਹਾੜਿਆਂ ਦੇ ਵਿੱਚ ਹੀ 5 ਦਰਜਨ ਤੋਂ ਵੱਧ ਪੰਜਾਬ, ਹਰਿਆਣਾ ਤੇ ਹਿੰਦੁਸਤਾਨ ਦੇ ਹੋਰ ਇਲਾਕਿਆਂ ਦੇ ਕਿਸਾਨ ਬੀਬੀਆਂ ਤੇ ਮਜ਼ਦੂਰ ਸ਼ਹਾਦਤ ਦਾ ਜਾਮ ਪੀ ਗਏ, ਜਿਹਦੇ ਸੰਬੰਧ ਵਿੱਚ ਕੱਲ੍ਹ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ। ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ, ਪਿੰਡਾਂ ਦੇ ਵਿੱਚ ਇਕੱਠ ਕਰਕੇ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਤੇ ਉਹਨਾਂ ਨੂੰ ਸ਼ਹਾਦਤ ਲਈ ਨਮਸਕਾਰ ਕੀਤਾ ਤੇ ਇਸ ਘੋਲ ਨੂੰ ਕਾਲੇ ਕਾਨੂੰਨਾਂ ਦੇ ਖਿਲਾਫ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ 23 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ, 26 ਤਾਰੀਖ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ। ਇਹ ਦੋਨੋਂ ਸ਼ਹੀਦੀ ਦਿਹਾੜੇ 26 ਤਾਰੀਖ ਨਾ 26 ਤਾਰੀਖ ਇਹ ਦੋਨੋਂ ਸ਼ਹੀਦੀ ਦਿਹਾੜੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਇਹ ਤੇ ਵੱਡੇ ਪੱਧਰ ਤੇ ਅਸੀਂ ਮਨਾਵਾਂਗੇ, ਕਿਉਂਕਿ ਇਹ ਲੋਕਾਂ ਨੂੰ ਛੋਟੀਆਂ ਜਿੰਦਾਂ ਦੀਆਂ ਸ਼ਹੀਦੀਆਂ ਹੋਰ ਹੌਸਲਾ ਦਿੰਦੀਆਂ ਤੇ 80 ਸਾਲ ਦੀ ਬਿਰਧ ਮਾਤਾ ਦੀ ਸ਼ਹਾਦਤ ਠੰਡੇ ਬੁਰਜ ਵਿੱਚ ਜਿਹਨਾਂ ਨੂੰ ਰੱਖਿਆ ਗਿਆ, ਉਹ ਬਜ਼ੁਰਗਾਂ ਨੂੰ ਹੋਰ ਹੌਸਲਾ ਦੇਊਗੀ ਕਿ ਪੋਹ ਦੇ ਮਹੀਨੇ ਦੇ ਵਿੱਚ ਕਿਵੇਂ ਉਹਨਾਂ ਨੂੰ ਠੰਡੀਆਂ ਰਾਤਾਂ 'ਚ ਰੱਖਿਆ ਗਿਆ। ਜਿਵੇਂ ਇੱਥੇ ਦਿੱਲੀ ਦੇ ਵਿੱਚ ਕਿਸਾਨ ਅੱਜ ਠੰਡੀਆਂ ਰਾਤਾਂ ਦੇ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੈਠੇ ਆ, ਉਹਦੇ ਵਿੱਚ ਪ੍ਰਸਿੱਧ ਢਾਡੀ ਜਥੇ, ਕਵੀਸ਼ਰ ਜਥੇ, ਕਥਾਵਾਚਕ ਤੇ ਚੰਗੇ ਉੱਘੇ ਲੇਖਕ, ਬੁੱਧੀਜੀਵੀ ਉਹ ਇੱਥੇ ਬੁਲਾਏ ਜਾਣਗੇ ਤੇ ਵੱਡੇ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਹ ਦੋ ਦਿਹਾੜੇ ਸਮਰਪਿਤ ਕੀਤੇ ਜਾਣਗੇ। ਇਹਨਾਂ ਦਿਨਾਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਆ, ਹਰਿਆਣਾ ਦੇ ਕਿਸਾਨ 25, 26 ਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ੇ ਫ੍ਰੀ ਕਰਨਗੇ। ਇਹਨਾਂ ਦਿਨਾਂ ਦੇ ਵਿੱਚ ਬੀਜੇਪੀ ਦੇ ਆਗੂਆਂ ਨੂੰ ਤੇ NDA ਦੇ ਭਾਈਵਾਲਾਂ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ ਕਿ ਜਾਂ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰੋ, ਨਹੀਂ ਤੁਹਾਡਾ ਸ਼ਹਿਰਾਂ ਪਿੰਡਾਂ 'ਚ ਵੜਨਾ ਮੁਸ਼ਕਲ ਕੀਤਾ ਜਾਊਗਾ। ਇਹਨਾਂ ਦਿਨਾਂ ਵਿੱਚ 25, 26 ਦਸੰਬਰ ਨੂੰ ਦੁਨੀਆ ਭਰ ਦੀਆਂ ਜਿੱਥੇ ਪੰਜਾਬੀ ਲੋਕ ਵੱਸਦੇ ਆ ਉੱਥੇ ਦੀਆਂ ਅੰਬੈਸੀਆਂ ਦੇ ਸਾਹਮਣੇ ਡੈਮੋਨਸਟ੍ਰੇਸ਼ਨ ਪਹਿਲਾਂ ਵੀ ਬਹੁਤ ਵੱਡੇ ਵੱਡੇ ਹੋਏ ਆ, ਉੱਥੇ ਡੈਮੋਨਸਟ੍ਰੇਸ਼ਨ ਕੀਤੇ ਜਾਣਗੇ। ਭਾਰਤ ਦੀ ਸਰਕਾਰ ਬਜਾਏ ਆਪਣਾ ਦਿਮਾਗ ਠੀਕ ਕਰਨ ਦੇ ਉਹ ਕਾਊਂਟਰ ਪ੍ਰੋਪੇਗੈਂਡਾ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਜਿਹਦਾ ਰਿਜ਼ਲਟ ਇਹ ਨਿਕਲਿਆ ਲਾਸ ਐਂਜਲਸ ਦੇ ਵਿੱਚ ਕੱਲ੍ਹ
ਮੋਦੀ ਭਗਤਾਂ ਨੇ ਇੱਕ ਮੁਜ਼ਾਹਰਾ ਰੱਖਿਆ ਸੀ, ਪਰ ਪੰਜਾਬ ਦੇ ਨੌਜਵਾਨਾਂ ਨੇ ਉਹਨੂੰ ਚੈਲੰਜ ਕੀਤਾ ਵੀ ਇਹ ਮੁਜ਼ਾਹਰਾ ਅਸੀਂ ਨਹੀਂ ਹੋਣ ਦੇਣਾ। ਉਸੇ ਥਾਂ ਤੇ ਨੌਜਵਾਨਾਂ ਨੇ ਮੁਜ਼ਾਹਰਾ ਰੱਖਿਆ ਤੇ ਜਿਹੜੇ ਆਵਤੀਏ ਲੋਕ ਹੁੰਦੇ ਆ, ਪਹਾੜੇ ਦੇ ਹੁੰਦੇ ਆ, ਉਹ ਮੈਦਾਨ 'ਚ ਆਉਣ ਤੋਂ ਬਹੁਤ ਡਰਦੇ ਹੁੰਦੇ ਆ ਤੇ ਮੋਦੀ ਭਗਤ ਇੱਕ ਵੀ ਉੱਥੇ ਨਹੀਂ ਪਹੁੰਚਾ। ਬਹੁਤ ਵੱਡਾ ਮੁਜ਼ਾਹਰਾ ਨੌਜਵਾਨਾਂ ਨੇ ਲਾਸ ਐਂਜਲਸ ਵਿੱਚ ਕੱਲ੍ਹ ਕੀਤਾ। ਅਸੀਂ ਇੱਕ ਅਪੀਲ ਜਾਰੀ ਕਰ ਰਹੇ ਹਾਂ ਇੰਗਲੈਂਡ ਦੇ MPs ਨੂੰ ਕਿ ਸਾਡੀ ਭਾਰਤ ਸਰਕਾਰ 26 ਜਨਵਰੀ ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਬੁਲਾ ਰਹੀ ਹੈ ਇੱਥੇ 26 ਜਨਵਰੀ ਦੇ ਦਿਹਾੜੇ 'ਤੇ। ਉੱਥੇ ਦੇ MP ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਆ, ਖਾਸ ਤੌਰ 'ਤੇ ਦੁਆਬੇ ਦੇ 2 MP ਵਰਿੰਦਰ ਸ਼ਰਮਾ ਜੀ ਤੇ ਤਨਮਨਜੀਤ ਢੇਸੀ, ਉਹ ਕੰਪੇਨ ਕਰ ਰਿਹਾ। ਪਹਿਲਾਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ, ਈਮੇਲ ਲੈ ਰਹੇ ਅਸੀਂ ਉਹਨਾਂ ਦੇ, ਕਿ ਉਹ 'ਤੇ ਪ੍ਰੈਸ਼ਰ ਪਾਇਆ ਜਾਵੇ ਕਿ ਜਿੰਨਾ ਚਿਰ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕਾਲੇ ਕਾਨੂੰਨ ਵਧਾਉਣ ਦੀਆਂ ਧੱਜੀਆਂ ਇਹਨਾਂ ਨੇ ਉਡਾਈਆਂ, ਸੂਬਿਆਂ ਦੇ ਅਧਿਕਾਰਾਂ 'ਤੇ ਹਮਲੇ ਕੀਤੇ ਆ। ਇਹ ਜਿਹੜੇ ਕਾਨੂੰਨ ਪਾਸ ਕੀਤੇ ਆ ਇਹ ਸੈਂਟਰ ਦੇ ਪ੍ਰੀਵਿਊ ਵਿੱਚ ਨਹੀਂ ਆਉਂਦੇ, ਸੂਬਿਆਂ ਦੇ ਪ੍ਰੀਵਿਊ ਵਿੱਚ ਆਉਂਦੇ ਆ। ਉਹਨਾਂ ਚਿਰ ਤੱਕ ਤਨਮਨਜੀਤ ਢੇਸੀ 36 MP ਨੇ ਵੀ ਲਿਖੀ। ਹਾਂਜੀ 36 MP ਨੇ ਲਿਖ ਕੇ ਦਿੱਤੀ। 36 MP ਲਿਖ ਚੁੱਕੇ ਆ, 40 MP ਇੰਗਲੈਂਡ ਦੇ ਵੀ ਲਿਖ ਦੇ ਚੁੱਕੇ ਆ। ਇੰਗਲੈਂਡ ਦੀ ਐਮਬੈਸੀ ਵੀ, ਸਾਡੀ ਐਮਬੈਸੀ ਲਿਖ ਚੁੱਕੀ ਆ। ਇੰਗਲੈਂਡ ਦੇ 36 ਆ, ਅਮਰੀਕਾ ਦੇ 40 ਆ। ਉੱਥੋਂ ਦੀ ਐਮਬੈਸੀ ਨੇ ਵੀ ਸਾਡੀ ਐਮਬੈਸੀ ਨੂੰ ਲਿਖਿਆ। ਪਰ ਇੱਥੋਂ ਦੀ ਸਰਕਾਰ ਦੇ ਦਿਮਾਗ 'ਚ ਇਹੋ ਜਿਹੀ ਗੱਲ ਨਹੀਂ ਸੀ ਵੀ ਏਡੇ ਵੱਡੇ ਪੱਧਰ 'ਤੇ ਵਿਰੋਧ ਹੋਣਾ, ਇੰਨੇ ਲੋਕਾਂ ਦੀ ਸ਼ਮੂਲੀਅਤ ਹੋਣੀ ਆ ਔਰ ਪੱਕੇ ਪੈਰੀਂ ਲੋਕਾਂ ਨੇ ਆਪਣਾ ਅਨਾਜ ਦਾ ਪ੍ਰਬੰਧ ਕਰਕੇ ਇੱਥੇ ਬੈਠੇ ਰਹਿਣਾ। ਇਹਨੀ ਵਿਰੋਧ ਕਦੇ ਦੇਖਿਆ ਹੀ ਨਹੀਂ ਸੀ, ਕਿਉਂਕਿ ਪਹਿਲੇ ਜਿੰਨੇ ਵੀ ਕਾਨੂੰਨ ਪਾਸ ਕੀਤੇ ਆ ਉਹ ਲੋਕਾਂ 'ਚ ਵੰਡ ਪਾਉਣ ਵਾਲੇ ਸੀ। ਜੇ ਮੁਸਲਮਾਨਾਂ ਨੂੰ ਕੁੱਟਿਆ, ਉਹਨਾਂ ਦੇ ਖਿਲਾਫ ਕਾਨੂੰਨ ਪਾਸ ਕੀਤਾ ਤਾਂ ਹਿੰਦੂ ਵੋਟ ਪੱਕੀ ਕਰ ਲਈ। ਜੇ 370 ਧਾਰਾ ਖਤਮ ਕੀਤੀ ਆ, ਉੱਥੇ ਕਸ਼ਮੀਰੀਆਂ ਨੂੰ ਕੁੱਟ ਕੇ ਪੈਰਾਂ ਹੇਠ ਲਤਾੜ ਕੇ ਹਰ 3 ਬੰਦਿਆਂ ਪਿੱਛੇ ਇੱਕ ਫੌਜੀ ਲਾ ਕੇ ਉਹ ਵੀ ਹਿੰਦੂ ਵੋਟ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਜਿਹੜੇ ਆਹ ਕਾਨੂੰਨ ਪਾਸ ਕੀਤੇ ਆ ਇਹ ਕਿਸੇ ਇੱਕ ਭਾਈਚਾਰੇ ਦੇ ਖਿਲਾਫ ਨਹੀਂ, ਇਹ ਸਮੁੱਚੇ ਕਿਰਤੀ ਲੋਕਾਂ ਦੇ ਖਿਲਾਫ ਆ, ਅੰਨਦਾਤੇ ਦੇ ਖਿਲਾਫ ਆ ਜਿਹੜਾ ਅਨਾਜ ਪੈਦਾ ਕਰਦਾ, ਤੇ ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ ਆ, ਜ਼ਰੂਰੀ ਵਸਤਾਂ ਕਾਨੂੰਨ ਆ, ਉਹ ਖਪਤਕਾਰ ਦੇ ਵਿਰੋਧੀ ਆ, ਜਿਹਦੇ ਵਿੱਚੋਂ ਸਰਕਾਰ ਖਰੀਦ 'ਚੋਂ ਨਿਕਲਣਾ ਚਾਹੁੰਦੀ ਆ, ਜ਼ਖੀਰੇਬਾਜ਼ਾਂ ਨੂੰ ਮੌਕਾ ਦੇਣਾ ਚਾਹੁੰਦੀ ਆ ਤੇ ਆਪ ਉਹ ਸਿਰਫ ਡੰਡੇ ਦਾ ਰਾਜ ਕਰਨਾ ਚਾਹੁੰਦੀ ਆ। ਜਿਹੜੇ ਕਹਿੰਦੇ ਸਾਡਾ ਕੰਮ ਆ ਰਾਜ ਕਰਨਾ, ਮਾਰਕੀਟਿੰਗ ਕਰਨਾ ਸਾਡਾ ਕੰਮ ਨਹੀਂ। ਮਾਰਕੀਟਿੰਗ ਜਿਹੜਾ ਆ ਉਹ ਵਿਸ਼ਵ ਵਪਾਰ ਸੰਸਥਾ ਤੇ ਗੈਟ ਦੇ ਕਾਨੂੰਨਾਂ ਮੁਤਾਬਕ ਉਹਨਾਂ ਨੇ ਕਿਹਾ ਕੋਈ ਵੀ ਸਰਕਾਰ ਮਾਰਕੀਟ ਵਿੱਚ ਇੰਟਰਵੀਨ ਨਾ ਕਰੇ। ਜਿਹੜੀਆਂ ਮਾਰਕੀਟ ਦੀਆਂ ਸ਼ਕਤੀਆਂ ਨੂੰ ਪ੍ਰਭਾਵਿਤ ਕਰਦੀ ਹੋਵੇ ਉਹਦੇ ਵਿੱਚ ਸਰਕਾਰ ਦਖਲ ਨਹੀਂ ਦੇ ਸਕਦੀ। ਇਹੀ ਕਾਰਨ ਆ ਇਹ ਕਾਨੂੰਨ ਬੜੇ ਗਲਤ ਟਾਈਮ 'ਤੇ ਕਰੋਨਾ ਦੇ ਡਰ ਥੱਲੇ, ਈਵਨ ਰਾਜ ਸਭਾ ਦੇ ਵਿੱਚ ਵੋਟਾਂ ਵੀ ਨਾ ਪਵਾ ਕੇ, ਬੜੇ ਸੈਸ਼ਨ ਸੱਦੇ ਤੋਂ ਬਿਨਾਂ ਆਰਡੀਨੈਂਸ ਰਾਹੀਂ ਲਾਗੂ ਕੀਤੇ ਗਏ ਆ। ਤੇ ਹੁਣ ਜਦ ਲੋਕਾਂ ਦਾ ਵਿਰੋਧ ਪੈਦਾ ਹੋਇਆ ਤੇ ਵਿੰਟਰ ਸੈਸ਼ਨ ਸੱਦਣ ਤੋਂ ਵੀ ਸਰਕਾਰ ਭੱਜ ਰਹੀ ਆ। ਇਸ ਕਰਕੇ ਇਹ ਜਿਹੜੇ ਸਾਡੇ ਆਉਣ ਵਾਲੇ ਦਿਨਾਂ ਦੇ ਫੈਸਲੇ ਆ, ਇਹਨੂੰ ਹੋਰ ਵੀ ਸ਼ਿੱਦਤ ਨਾਲ ਲਾਗੂ ਕੀਤਾ ਜਾਊਗਾ। ਬੜੀ ਹੌਸਲੇ ਵਾਲੀ ਖਬਰ ਆ, ਅਸੀਂ ਇਹ ਸਰਵੇ ਕਰ ਲਏ, ਕੁਝ ਬੰਦੇ ਭੇਜੇ ਸੀ ਸੜਕ 'ਤੇ। ਆਮ ਤੌਰ 'ਤੇ ਕਿਸਾਨ ਪੰਜਾਬ ਹਰਿਆਣੇ ਦੇ 2 ਵਜੇ ਤੋਂ ਬਾਅਦ ਚੱਲਦੇ ਆ, ਪਰ ਸਵੇਰ ਦੀ ਜਿਹੜੀ ਖਬਰ ਆ, ਇੱਕ ਟਰਾਲੀ ਵਾਪਸ ਗਈ ਆ ਤੇ 11 ਟਰਾਲੀਆਂ ਇੱਧਰ ਨੂੰ ਆ ਰਹੀਆਂ ਸੀ। ਅੱਜ ਕਰਨਾਲ ਤੋਂ ਇੱਥੇ ਤੱਕ ਲੈ ਕੇ ਜਿਹੜਾ ਰਿਵਾਜ ਹਰਿਆਣੇ 'ਚ ਘੱਟ ਸੀ, ਪੰਜਾਬ 'ਚ ਹੁੰਦਾ ਸੀ, ਥਾਂ ਥਾਂ 'ਤੇ ਲੰਗਰ ਲੱਗੇ ਹੋਏ ਆ। ਜਿਹੜਾ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਇੱਥੇ ਬੜੇ ਲੋਕ ਮੌਜ ਕਰ ਰਹੇ ਆ, ਬੜੇ ਚੰਗੇ ਚੰਗੇ ਖਾਣੇ ਖਾ ਰਹੇ ਆ, ਇਹ ਖਾਣਾ ਕੋਈ ਸਰਕਾਰ ਦਾ ਖਾਣਾ ਨਹੀਂ, ਇਹ ਸਾਡੇ ਪੰਜਾਬ ਦਾ, ਹਰਿਆਣੇ ਦਾ ਕਲਚਰ ਆ। ਪੰਜਾਬ ਹਰਿਆਣਾ
ਇਕੱਠੇ ਰਹੇ ਆ ਪਹਿਲਾਂ ਤੋਂ, ਸੁਭਾਅ ਵੀ ਇੱਕ ਹੈ ਉਹਨਾਂ ਦਾ, ਕਿੱਤਾ ਵੀ ਇੱਕੋ ਜਿਹਾ ਆ, ਅਤੇ ਲੰਗਰ ਲਾਉਣ ਦਾ ਜਿਹੜਾ ਉਹਨਾਂ ਦਾ ਢੰਗ ਤਰੀਕਾ ਆ ਉਹ ਵੀ ਉਹੋ ਜਿਹਾ ਹੀ ਆ। ਜੇ ਕਰੋਨਾ ਦੇ ਮਾਰ ਦੇ ਦੌਰਾਨ ਲੰਗਰ ਲੱਗੇ ਆ ਤੇ ਗੁਰਦੁਆਰਾ ਸਾਹਿਬਾਨ ਨੇ ਲਾਏ ਆ ਜਾਂ ਪੰਜਾਬੀਆਂ ਲਾਏ ਆ, ਕਿਸੇ ਅਮੀਰ ਘਰਾਣਿਆਂ ਨੇ, ਅਡਾਨੀਆਂ ਬਾਨੀ ਨੇ ਇੱਕ ਵੀ ਲੰਗਰ ਨਹੀਂ ਲਾਇਆ। ਉਹਨਾਂ ਨੂੰ ਪੈਸੇ ਕਮਾਉਣੇ ਆਉਂਦੇ, ਖਰਚਣੇ ਨਹੀਂ ਆਉਂਦੇ ਉਹਨਾਂ ਨੂੰ। ਇਹ ਸਾਡੇ ਲੰਗਰ ਦੀ ਰਵਾਇਤ ਆ। ਇੱਥੇ ਰੋਜ਼ ਵੀਡੀਓ ਲਾਉਂਦੇ ਆ, ਇਹ ਕੀ ਖਾਂਦੇ ਆ, ਉਹ ਬਰਗਰ ਕੀ ਖੜਿਆ ਕੀ ਕਹਿੰਦੇ ਆ, ਪੀਜ਼ਾ ਖਾਂਦੇ। ਪੀਜ਼ਾ ਤਾਂ ਸਾਡੀ ਖੁਰਾਕ ਨਹੀਂ ਪੰਜਾਬੀਆਂ ਦੀ, ਪੀਜ਼ਾ ਨਹੀਂ ਖਾਂਦੇ, ਪਿੰਨੀਆਂ ਖਾਂਦੇ ਆ ਤਾਜ਼ੀਆਂ। ਉਹ ਵੀ ਸਾਡੇ ਪਿੰਡਾਂ 'ਚ ਘਰਾਂ 'ਚ ਬਣਦੀਆਂ 10-10 ਕੁਆਂਟਲ ਪਿੰਡਾਂ 'ਚੋਂ ਪਿੰਨੀਆਂ ਆ ਰਹੀਆਂ। ਗੱਦੇ ਬਿਸਤਰੇ ਪਿੰਡਾਂ 'ਚੋਂ ਆ ਰਹੇ ਆ। ਰਿਪੋਰਟ ਪਹੁੰਚੀ ਸੀ 2 ਦਿਨ ਪਹਿਲਾਂ ਵੀ ਜੈਪੁਰ ਦੇ ਬਾਰਡਰ 'ਤੇ ਬਿਸਤਰੇ ਘੱਟ ਆ। ਅੱਜ ਕਈ ਟਰੱਕ ਪੰਜਾਬ ਤੋਂ ਜੈਪੁਰ ਦੇ ਬਾਰਡਰ ਨੂੰ ਬਿਸਤਰੇ ਲੈ ਕੇ ਤੁਰ ਪਏ ਆ। ਇਹ ਸਾਡਾ ਸੱਭਿਆਚਾਰ ਆ, ਸਾਡਾ ਕਲਚਰ ਆ ਦੂਜੇ ਦੀ ਸੇਵਾ ਕਰਨਾ। ਇਸ ਕਰਕੇ ਭਰਾਓ, ਜਿੱਥੇ ਲੋਕਾਂ ਨੇ ਸਾਡੀ ਬੜੀ ਹਮਾਇਤ ਕੀਤੀ ਆ, ਜਿੱਥੇ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ ਤੇ ਰਾਜਸਥਾਨ ਦੇ ਲੋਕ ਦਿੱਲੀ ਆ ਕੇ ਬਹੁਤ ਵੱਡੀ ਗਿਣਤੀ 'ਚ ਬੈਠੇ ਆ। 5 ਨਾਕੇ ਅਸੀਂ ਲਾ ਚੁੱਕੇ ਹਾਂ, 6 ਮੈਂ ਕਰਿੰਦਾ, ਉਹ ਵੀ ਥੋੜ੍ਹੇ ਦਿਨਾਂ ਵਿੱਚ ਬੰਦ ਕਰਤਾ ਜਾਊਗਾ। ਬਾਕੀ ਸਟੇਟਾਂ ਦੇ ਵਿੱਚ ਬੰਗਲੌਰ ਦੀ ਅਸੈਂਬਲੀ ਕਈ ਦਿਨ ਘੇਰੀ ਰੱਖੀ ਉੱਥੋਂ ਦੇ ਲੋਕਾਂ ਨੇ। ਕੇਰਲਾ ਦੀ ਸਰਕਾਰ ਨੇ 16 ਸਬਜ਼ੀਆਂ ਦੀਆਂ ਰੇਟ ਵੀ ਫਿਕਸ ਕਰਤੇ ਆ, ਉਹ ਕੋਰਟ ਵਿੱਚ ਜਾਣ ਨੂੰ ਵੀ ਤਿਆਰ ਹੋਈ ਆ। ਛੱਤੀਸਗੜ੍ਹ, ਰਾਜਸਥਾਨ ਤੇ ਪੰਜਾਬ ਦੀ ਅਸੈਂਬਲੀ ਨੇ ਇਹ ਕਾਨੂੰਨ ਰੱਦ ਵੀ ਕਰ ਦਿੱਤੇ ਆ। ਦਿੱਲੀ ਦੀ ਸਰਕਾਰ ਨੇ ਕਾਨੂੰਨ ਭਾਵੇਂ ਨਹੀਂ ਰੱਦ ਕੀਤਾ, ਪਰ ਅਸੈਂਬਲੀ ਵਿੱਚ ਇਹਦੀਆਂ ਕਾਪੀਆਂ ਪਾੜ ਦਿੱਤੀਆਂ ਆ। ਇਹ ਤੋਂ ਮਹਿਸੂਸ ਕਰਨਾ ਚਾਹੀਦਾ ਕਿ ਦਿੱਲੀ ਦੇ ਆਲੇ ਦੁਆਲੇ ਦੀਆਂ ਸਾਰੀਆਂ ਸਰਕਾਰਾਂ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਤੇ ਬਾਕੀ ਹਿੰਦੁਸਤਾਨ 'ਚ ਲਹਿਰ ਚੱਲ ਰਹੀ ਆ। ਉਹ ਹੁਣ ਫਸੇ ਹੋਏ ਇਸ ਗੱਲ ਤੋਂ ਆ ਕਿ ਇਹਨੂੰ ਅਸੀਂ, ਉਹ ਸ਼ਬਦ ਤਾਂ ਭਾਵੇਂ ਨਿਕੰਮਾ ਆ ਪਰ ਕਹਿ ਹੀ ਦੇਣਾ ਚਾਹੀਦਾ, ਥੁੱਕ ਕੇ ਚੱਟਣਾ ਮੁਸ਼ਕਲ ਬਹੁਤ ਹੁੰਦਾ। ਗਲਤ ਫੈਸਲਾ ਕਰ ਬੈਠੇ ਆ। ਸੂਬਿਆਂ ਦੇ ਅਧਿਕਾਰਾਂ ਵਾਲਾ ਫੈਸਲਾ ਕਾਂਗਰਸ ਦੇ ਨਾਂ ਤੇ ਧਾਰਾ 33 ਪਾ ਕੇ ਸਾਡੇ ਜਿਹੜੇ ਝੋਨੇ ਤੇ ਕਣਕ ਪੈਦਾ ਅਸੀਂ ਕਰਦੇ ਆ, ਉਹਨੂੰ ਚੌਲ ਤੇ ਆਟਾ ਬਣਾ ਕੇ ਫੂਡ ਸਟਾਫ ਗਿਣ ਕੇ ਉਹ ਨਹੀਂ ਕਾਂਗਰਸ ਪਾਤਾ। ਕਿਸਾਨ ਪੈਦਾ ਕਰਦਾ ਜਾਂ ਮਾਰਕੀਟ ਕਰਦਾ। ਜਿਹੜੇ ਕਾਨੂੰਨ ਪਾਸ ਕੀਤੇ ਆ, ਤੋਮਰ ਨੇ ਪ੍ਰੈਸ ਕਾਨਫਰੰਸ ਕਹਿਤਾ ਜਾਂ ਸੱਚ ਬੋਲ ਹੋ ਗਿਆ ਉਹਦੇ ਕੋਲੋਂ ਕਿ ਅਸੀਂ ਇਹ ਕਾਨੂੰਨ ਟ੍ਰੇਡ ਤੇ ਕਮਰਸ ਲਈ ਕੀਤੇ ਆ। ਅਸੀਂ ਨਾ ਟ੍ਰੇਡ ਕਰਦੇ ਆ ਕਿਸਾਨ, ਨਾ ਅਸੀਂ ਵਪਾਰ ਕਰਦੇ ਆ, ਕਮਰਸ ਵੀ ਨਹੀਂ ਕਰਦੇ। ਅਸੀਂ ਪੈਦਾ ਕਰਦੇ ਆ ਔਰ ਮਾਰਕੀਟਿੰਗ ਕਰਦੇ ਆ। ਇਸ ਮਾਰਕੀਟ ਔਰ ਐਗਰੀਕਲਚਰ ਦਾ ਜਿਹੜਾ ਮੁੱਦਾ ਆ, ਇਹ ਸਟੇਟਾਂ ਦਾ ਅਧਿਕਾਰ ਆ। ਇਸ ਕਰਕੇ ਇਹ ਗੈਰ ਕਾਨੂੰਨੀ ਆ। ਇਹਨਾਂ ਨੂੰ ਕੰਪੀਟ ਕਰਨਾ ਚਾਹੀਦਾ ਅਤੇ ਲੜਨਾ ਚਾਹੀਦਾ ਕੇਸ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ ਵਿੱਚ। ਜੇ ਜਸਟੀਫਾਈਡ ਹੈ ਉੱਤੇ ਕਿਉਂ ਨਹੀਂ ਜਾਣ ਨੂੰ ਤਿਆਰ? ਸੈਂਟਰ ਸਰਕਾਰ ਸਾਇਲੈਂਟ ਬੈਠੀ ਆ ਕਿ ਜਾਈਏ ਕਿ ਨਾ ਜਾਈਏ। ਸੁਪਰੀਮ ਕੋਰਟ ਨੇ ਏਜੀ ਨੂੰ ਪੁੱਛਿਆ, ਉਹਨਾਂ ਦੇ ਐਡਵੋਕੇਟ ਜਨਰਲ ਨੂੰ, ਵੀ ਤੁਸੀਂ ਇੱਕ ਬੁੱਧੀਜੀਵੀਆਂ ਦੀ ਕਮੇਟੀ ਬਣਾਓ ਤੇ ਇਹਨਾਂ ਕਾਨੂੰਨਾਂ ਨੂੰ ਉਹਨਾਂ ਚਿਰ ਲਈ ਫਰੀਜ਼ ਕਰ ਦਿਓ, ਇਹਨਾਂ ਨੂੰ ਰੋਕ ਦਿਓ। ਉਹਦਾ ਸਰਕਾਰ ਜਵਾਬ ਦੇਣ ਨੂੰ ਤਿਆਰ ਨਹੀਂ ਹਾਲੇ ਤੱਕ। ਇਹ ਸਰਕਾਰ ਆਪਣੀ ਹੀ ਜਿਹੜੀ ਸਭ ਤੋਂ ਵੱਡੀ ਕੋਰਟ ਆ, ਉਹਦਾ ਵੀ ਕਹਿਣਾ ਮੰਨਣ ਨੂੰ ਤਿਆਰ ਨਹੀਂ। ਬਾਕੀ ਅਗਲੀਆਂ ਗੱਲਾਂ ਮੇਰੇ ਨਾਲ ਦੇ ਸਾਥੀ ਕਰਨਗੇ। उदू बाद कोई सवाल जवाब ਤੁਹਾਡੇ ਹੋਣਗੇ ਉਹਦਾ ਅਸੀਂ जवाब देवांगे। सर हिंदी में बता दीजिए मुख्य बिंदु जो आप लोगों को। हिंदी में बता दूं? मैं गलती कर गया मेरा ख्याल। वो मेन बता दीजिए तो आप। हाँ थोड़ा जस्ट बता दो। हाँ ठीक है ठीक है। आने वाले दिनों में चमकौर साहब और फतेहगढ़ साहब का बड़े साहबजादों का और छोटे साहबजादों का शहीदी दिहाड़ा है। जे हम दोनों सिंधु और टीकरी बॉर्डर पर बड़े कबीशर, ढाडी जथे, कथावाचक और सिख चिंतक बुला के इत्थे असी इत्थे मनावांगे शहीदी दिहाड़ा 26 दिसंबर को 26 तारीख 26 27 ਤੇ 23। ਪਹਿਲਾਂ 23 ਫਿਰ 26 27। ਵੱਡੇ ਸਾਹਿਬਜ਼ਾਦੇ 23 ਨੂੰ ਆ, ਛੋਟੇ ਸਾਹਿਬਜ਼ਾਦੇ 26 27 ਦਾ ਆ। ਉਹ ਇੱਥੇ ਅਸੀਂ ਮਨਾਵਾਂਗੇ ਤੇ ਇਹਦੇ ਨਾਲ ਹੀ 25 26 27 ਨੂੰ हरियाणा के लोग टोल फ्री करेंगे। पंजाब में टोल फ्री पहले ही है, जो टैक्स लगता है रोड पर। जब हम 4 व्हीलर खरीदते हैं तो रोड टैक्स
उसके साथ ही तारते हैं। तो ये रोड टैक्स काहे का ले रहे हैं? क्योंकि सरकार ने रोड प्राइवेट लोगों को दे रखा है, उनको कमाई करने का है। हमें तो मालूम यही पड़ा है कि इसके में बड़ा शेयर अमित शाह के लड़के का है। मैं गारंटी के साथ नहीं कह रहा, सुना है। उसने इसका रिपोर्ट भी नहीं किया है। और इसके बगैर जो अडानी अंबानी और बड़े कारपोरेट घराने हैं, उनकी जो पैदावार है, उनका जो प्रोडक्शन है, उनका जो जियो का टावर है और चिप है, वो हम निकाल कर फेंक रहे हैं लोग सारे। और 68 करोड़ का उसका लॉस हो गया इतने टाइम में, और उसको ट्राई में जाना पड़ा, पहले नंबर से दूसरे नंबर पर आ गया। ये हमारे आने वाले दिनों के संघर्ष हैं। और जो चिट्ठी लिखी है जॉइंट सेक्रेटरी अग्रवाल ने, उसके बारे में क्या जवाब देना है वो हम कल भारत के सभी जो संगठन हैं 472, उनकी तरफ से जो कमेटी बनी हुई है वो लिख कर देंगे। और उस मीटिंग में जाना है कि नहीं जाना है, कब जाना है, किसके बुलावे पर जाना है, वो कल को फैसला होगा। कोई और? इंडियन एम्बेसी के बारे में थोड़ा सा बोलिए। हाँ, जो हमारे भारत की सरकार ने 26 जनवरी को इंग्लैंड के प्रधानमंत्री को बुला रखा है, उसके बारे में हम इंग्लैंड के एमपीज को लिख रहे हैं कि वो अपने प्रधानमंत्री को रोकने की कोशिश करें कि जितना देर इतनी मुश्किल में सियाने बुजुर्ग, बीवियां, छोटे बच्चे और लाखों लोग जहां सड़कों पर बैठे हैं, जितना देर तक ये मांगे हमारी नहीं मानते, इंग्लैंड के प्रधानमंत्री को जहां नहीं आना चाहिए, इस पर प्रेशर डालना चाहिए। और सभी दुनिया की एम्बेसियों के सामने जो पंजाबी हैं वो डेमोन्स्ट्रेट करें। और कल की बात मैं खुशी की बताता हूँ, मोदी ने सद्दा दिया था अमेरिका के, क्योंकि होली मोदी मनाया गया था ना, तो इसको वहम पड़ गया कि शायद अमेरिका के में पंजाबी या हिंदुस्तानी हमारे साथ हैं। मोदी भक्तों ने रैली रखी थी वहाँ पर, हमारे हिंदुस्तानी नौजवानों ने उनको चैलेंज किया कि आपको रैली नहीं करने देंगे, आप काले कानून बनाए हैं, और मोदी भक्त एक भी वहाँ जा नहीं पाया। एक खुशी की बात है हमारे लिए। आगे प्रेम सिंह पंगुरिया मेरे साथ एडवोकेट साहब हैं, वो बात करेंगे और सभी थोड़ा थोड़ा बात करेंगे, उसके बाद आपके आंसर के क्वेश्चन के जवाब देंगे। बहुत ही सत्कारयोग पत्रकार साहबान, जैसे मेरी जथेबंदी ऑल इंडिया किसान फेडरेशन, प्रेसिडेंट ऑल इंडिया किसान फेडरेशन प्रेम सिंह भंगू, जैसे हमारे प्रधान जी कुलवंत सिंह संधू ने जो प्रोग्राम हमने लिखे उनके बारे में बताया, आपको ये पता है कि जैसे जैसे ये मोर्चे के दिन बड़े होते जा रहे हैं, तो वैसे ही लोगों के अंदर इसका जोश और हौसला बढ़ता जा रहा है। ये प्रोग्राम जो सभी हमने आपके सामने रखे हैं, इसी की दिशा के अंदर है कि पंजाब से शुरू होकर मोर्चा अब सारे देश व्यापी होता जा रहा है, और हमारे प्रोग्राम भी इसी तरफ सेधित है। जैसे 23 तारीख को हमने कॉल दी है सारे देश के अंदर कि सारे देश का अन्नदाता दोपहर का खाना नहीं खाएगा। ये मैसेज देने के लिए कि जो अन्नदाता है सारे देश को खिलाता है, क्योंकि सरकार ने कानून हमारे खिलाफ बनाए, इसलिए हम एक वक्त खाना नहीं खाएंगे। ये एक मैसेज है सिंबॉलिक। इसलिए हमने जो आगे प्रोग्राम इन्होंने बताया कि जो देश विदेश है वो तो पहले ही हमारे हक में बहुत बहुत बड़े मुजाहरे हो रहे हैं, आपने देखा है, चाहे अमेरिका हो, कनाडा हो और इंग्लैंड हो, दूसरे देशों के अंदर भी। पर अब 2 दिन के लिए हमने यहाँ से जो 32 ऑर्गेनाइजेशन 40 ऑर्गेनाइजेशन हैं, उनकी तरफ से कॉल अपॉन किया है, जो अब्रॉड में इंडियन हैं, पंजाबी हैं, कि वो अपनी अपनी इंडियन एम्बेसी के सामने धरने मुजाहरे करें और मेमोरेंडम दे करके इंडियन गवर्नमेंट को कंपेल करें कि वो जो एंटी फार्म्स लॉज बने हैं उनको वो रिपील करे, वापस करे, रद्द करे। ये एक हम मैसेज दे रहे हैं। और दूसरी बात जो हम कहना चाहते हैं,
कि बीजेपी और सरकार की तरफ से बहुत प्रोपेगेंडा चल रहा है मोर्चे के खिलाफ भी, और दूसरा जो कानून बने हैं उनके पक्ष में भी कि ये बहुत अच्छे हैं, सरकार ने बहुत बातें मान ली हैं। हम उनको भी काउंटर कर रहे हैं, उसका भी प्रोग्राम लीक दिया है, हर रोज़ काउंटर हो रहा है। हमारा IT सेल है, आपको पता है, किसान एकता मोर्चा, वो बहुत तेज़ी से इनको एक एक पॉइंट वाइज उसको काउंटर कर रहे हैं, हम जवाब भी दे रहे हैं। और जो आया भी है जैसे बताया, उसका भी कल संयुक्त किसान मोर्चा की मीटिंग में हम बनाया, उसका भी एक एक मद के अनुसार उसका जवाब दे देंगे, हर चीज़ का रिजेक्ट कर देंगे उसको जो भी है। और दूसरा हम ये कर रहे हैं कि उसको काउंटर करने के लिए हम ऐसा नहीं कि केवल IT सेल पर ही डिपेंड करेंगे, हम लोगों के पास जाएंगे, गाँव में जाएंगे, गुरुद्वारा साहब है, स्पीकर है, उनसे अनाउंसमेंट करेंगे कि ये कानून है, ये किसानों के खिलाफ है, लोगों के खिलाफ है और देश के खिलाफ है। गांव में मीटिंग्स भी करेंगे, इसके प्रोपेगेंडा मुहिम भी चलाएंगे, लीफलेट्स, इश्तहार हो, वो लाखों की गिनती में, पंजाबी हो, हिंदी हो, अंग्रेजी हो, लोगों तक पहुंच करेंगे। जो हमारा मेन प्लान लोगों को ऑर्गेनाइज करना है, लोगों के खिलाफ कानून है। इसलिए जो भी हथियार हमारे पास है, सरकार के पास पैसा हो सकता है, मीडिया हो सकता है, उनका सरकार का इश्तहार हो सकते हैं, कुछ भी हो सकता है, पर हमारे पास उसको काउंटर करने के लिए लोक शक्ति है। जो हमारे साथ है गाँव के बहुत बड़े लोग, उनके पास ही हम अपने छोटे छोटे लीफलेट लेकर के मीटिंग्स करके जाएंगे और उस प्रोपेगेंडे को उसको हम काउंटर करेंगे ग्राउंड लेवल पर जाके। ये भी हमने आज प्रोग्राम बनाया है आने वाले दिनों में। अब अगली बात मेरे साथी हरिंदर सिंह जी लखोवाल वो करेंगे। नाम कंफर्म करा दीजिए। प्रेम सिंह बंगू, प्रेसिडेंट ऑल इंडिया किसान फेडरेशन। साथियों, मैं हरिंदर सिंह लखोवाल, जनरल सैकਟਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ। ਅੱਜ ਜਿਹੜੇ ਫੈਸਲੇ ਲਏ ਆ ਉਹ ਦੱਸ ਵੀ ਦਿੱਤੇ ਗਏ ਨੇ। ਅਸੀਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਹੋਰ ਸਟੇਟਾਂ ਦੇ ਵਿੱਚੋਂ ਤੁਸੀਂ ਕਿਸਾਨ ਲੱਭਦੇ ਤੁਰੇ ਫਿਰਦੇ ਹੋ, ਤੁਹਾਡੇ ਦਰਵਾਜ਼ੇ ਤੇ ਕਿਸਾਨ ਬੈਠੇ ਆ, ਤੁਸੀਂ ਇਹ ਕਿਸਾਨਾਂ ਨੂੰ ਕਿਉਂ ਨਹੀਂ ਮਿਲਦੇ। ਦੂਸਰਾ, ਅਸੀਂ ਜਿਹੜਾ ਵਿਰੋਧ ਕੀਤਾ ਜੀਓ ਸਿਮ ਦਾ, ਜੀਓ ਸਿਮ ਦੇ ਨਾਲ ਅਸੀਂ ਸਾਰੇ ਪ੍ਰੋਡਕਟ ਅਡਾਨੀਆਂ ਅਵਾਨੀਆਂ ਦੇ ਨੇ, ਅਸੀਂ ਉਹ ਵੀ ਬੇਨਤੀ ਕਰਦੇ ਹਾਂ ਦੇਸ਼ ਵਾਸੀਆਂ ਨੂੰ, ਭਾਵੇਂ ਕੱਪੜੇ ਦਾ ਸਟੋਰ ਆ, ਭਾਵੇਂ ਕੋਈ ਵੀ ਸਟੋਰ ਆ ਅਡਾਨੀਆਂ ਅਵਾਨੀਆਂ ਦਾ, ਉਹਨਾਂ ਤੋਂ ਪਰਹੇਜ਼ ਕਰੋ, ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ। ਤੀਜੀ, ਅਸੀਂ ਬੇਨਤੀ ਕਰਦੇ ਹਾਂ ਪੰਜਾਬ ਹਰਿਆਣੇ ਜਾਂ ਜਿੱਥੇ ਵੀ ਹੈਗੇ ਸਾਡੇ ਕਿਸਾਨ ਬੈਠੇ ਆ, ਇੱਕ ਇੱਕ ਟਰਾਲੀ ਹਰੇਕ ਗਾঁव ਤੋਂ, ਹਰੇਕ ਪਿੰਡ ਤੋਂ ਇੱਥੇ ਹੋਰ ਪਹੁੰਚਣੀ ਚਾਹੀਦੀ ਆ। ਹਰੇਕ ਪਰਿਵਾਰ ਦਾ ਇੱਕ ਮੈਂਬਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ। ਤੇ ਟਰੱਕਾਂ ਵਾਲਿਆਂ ਨੂੰ ਬੇਨਤੀ ਕਰਦੇ ਹਾਂ, ਟਰੱਕ ਵੀ ਬਹੁਤ ਖੜੇ ਆ ਸਾਡੇ ਕੋਲ ਵਿਹਲੇ, ਕਿਉਂਕਿ ਠੰਡ ਦਾ ਸਮਾਂ, ਸਾਰੇ ਟਰੱਕ ਵੀ ਯੂਨੀਅਨ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਟਰੱਕ ਵੀ ਲੈ ਕੇ ਇੱਥੇ ਆ ਜਾਣ ਤਾਂ ਕਿ ਟਰੱਕ ਖੜ ਜਾਣ। ਆਉਣ ਵਾਲੇ ਦਿਨਾਂ 'ਚ ਸੰਘਰਸ਼ ਜਿਹੜਾ ਹੋਰ ਜਿਹੜਾ ਕਹਿੰਦੇ ਆ ਵੀ ਜ਼ਿਆਦਾ ਟਰਾਲੀਆਂ ਕੋਈ ਮੁੜ ਰਹੀ ਆ, ਤੁਹਾਨੂੰ ਦੱਸ ਦਿੱਤਾ ਗਿਆ ਵੀ ਇੱਕ ਟਰਾਲੀ ਮੁੜੀ ਆ ਤੇ 11 ਆਈਆਂ ਨੇ, ਕਿਉਂਕਿ ਸਭਾ ਦੇ ਦਿਨ ਆ, ਤੁਸੀਂ 2-4 ਦਿਨਾਂ ਦੇ ਵਿੱਚ ਦੇਖਿਓ ਵੀ ਲਾਈਨਾਂ ਬੰਨ੍ਹ ਕੇ ਇੱਥੇ ਟਰਾਲੀਆਂ ਆ ਜਾਣਗੀਆਂ। ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਇੰਨਾ ਹੀ ਮੈਂ ਅਗਲੇ ਸਾਥੀ ਨੂੰ ਦਿੰਦਾ। ये जो लोक आंदोलन बन गया है, जन आंदोलन बन गया है, इसका कारण है कि जो मोदी सरकार ये तीनों कानून लाई है, वो तीनों कानून लोगों के विरोध में है। जो किसानों के विरोध में है वो सीधा विरोध में है, असीधे तौर से सभी लोगों के विरोध में है। जो तीसरा कानून है वो रसोई पे छापा है। हमारी जो नित्य वस्तु वरतों की वस्तु है उनका इन्होंने इतना रेट बढ़ा देना है, बनौटी थोड़ पैदा करके स्टोरेज करके जखीरेबाजां नूं खुल दे दी है। इस तरह एक होर झूठ बोलिया जा रहा है, एक तो बाद एक झूठ बोलिया जा रहा है, एक होर झूठ बोलिया जा रहा कि पहला भी कारपोरेट जिहड़ी हैगी आ खेती चल रही है, अज की हो गया। पहली गल तां इस नूं कानूनी मान्यता दे दी गई, दूजी सूबिਆਂ ਦੇ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ। ਜਿਹੜਾ ਫੈਡਰਲ ਸਿਸਟਮ ਹੈ ਉਸ ਨੂੰ ਤਹਿਸ-ਨਹਿਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿਧਾਨ ਦੀ ਸਹੁੰ ਖਾ ਕੇ ਪਾਰਲੀਮੈਂਟ 'ਚ ਦਾਖਲ ਹੁੰਦੇ ਆ, ਉਸੇ ਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਤੋਂ ਇਲਾਵਾ ਜਿਹੜਾ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾਂਦੀ ਖੇਤੀ ਜਾਂ ਪਹਿਲਾਂ ਕੋਈ ਕੰਟਰੈਕਟ ਫਾਰਮਿੰਗ ਹੈਗੀ ਆ, ਉਹਦਾ ਕੋਈ ਬਹੁਤਾ ਅੱਛਾ ਤਜਰਬਾ ਨਹੀਂ ਹੈ। ਜਦ ਜੀ ਕਰਦਾ ਰੇਟ ਘਟ ਜਾਣ, ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਿਸਾਲਾਂ ਦੇ ਸਕਦੇ ਹਾਂ। ਜਦੋਂ ਉਹਦਾ ਰੇਟ ਘਟ ਜਾਵੇ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ ਜਾਂਦਾ। ਵਿਚਾਰੇ ਕਿਸਾਨ ਉਸ ਨੂੰ ਖੇਤ 'ਚ ਹੀ ਵਾਹ ਦਿੰਦੇ ਆ ਤੇ ਕੋਈ ਪੁੱਛਣ ਵਾਲਾ ਨਹੀਂ ਹੈ। ਇਸ ਕਰਕੇ ਅਸੀਂ
ਜੇ ਇਹਨਾਂ ਨੇ ਕਰਨਾ ਹੀ ਆ ਤਾਂ ਇਹ ਕਰ ਸਕਦੇ ਆ। ਸਰਕਾਰ ਵਿੱਚ ਜ਼ਿੰਮੇਵਾਰੀ ਤੋਂ ਕਿਵੇਂ ਭੱਜਦੀ ਹੈ? ਇਹਨਾਂ ਦਾ ਕੰਮ ਵੋਟਾਂ ਲੈ ਕੇ ਆਪਦੇ ਘਰ ਭਰਨਾ ਹੀ ਨਹੀਂ ਹੈ। ਇਹਨਾਂ ਦਾ ਕੰਮ ਆ ਸੇਵਾ ਕਰਨਾ, ਲੋਕਾਂ ਦੀ ਸੇਵਾ ਕਰਨਾ, ਪਰ ਉਸ ਤੋਂ ਭੱਜ ਚੁੱਕੇ ਆ ਤੇ ਇਹ ਲੋਕਾਂ ਦੇ ਪੱਖ ਦੀ ਥਾਂ ਤੇ ਲੋਕਾਂ ਦੇ ਵਿਰੁੱਧ ਗਿਣਤੀ ਦੇ ਘਰਾਣਿਆਂ ਦੇ ਪੱਖ 'ਚ ਭੁਗਤ ਰਹੇ ਆ। ਤੇ ਅੱਜ ਦੇਸ਼ ਦਾ ਬੱਚਾ ਬੁੱਢੇ ਬਜ਼ੁਰਗ ਸਾਰੇ ਇਸ ਗੱਲ ਤੇ ਸਟੈਂਡ ਕਰ ਰਹੇ ਆ ਕਿ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ, ਚਾਹੇ ਜਿੰਨਾ ਮਰਜ਼ੀ ਲੰਬਾ ਸੰਘਰਸ਼ ਕਰਨਾ ਪਵੇ, ਜਿੰਨਾ ਮਰਜ਼ੀ ਸਾਨੂੰ ਮਿਹਨਤ ਕਰਨੀ ਪਵੇ, ਭਾਵੇਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਫਿਰ ਵੀ ਇੱਥੇ ਸੌਖੇ ਨਹੀਂ ਆ ਬੈਠੇ। ਇੱਥੇ ਜਿਹੜੇ ਲੋਕ ਬੈਠੇ ਆ ਇਹ ਦੁਖੀ ਹੋ ਕੇ ਬੈਠੇ ਹੋਏ ਆ, ਕਿਉਂਕਿ ਉਹ ਚਾਹੁੰਦੇ ਆ ਘਰ ਜਾਣਾ, ਪਰ ਮੋਦੀ ਸਰਕਾਰ ਮੰਗਾਂ ਨਹੀਂ ਮੰਨਦੀ। ਇਸ ਕਰਕੇ ਮੰਗਾਂ ਮਨਾਏ ਬਗੈਰ ਅਸੀਂ ਘਰੇ ਨਹੀਂ ਜਾਣਾ। ਇਹ ਤਿੰਨੇ ਕਾਨੂੰਨ ਤੇ ਦੋਨੇ ਬਿੱਲ, ਤਿੰਨੇ ਕਾਨੂੰਨ ਰੱਦ ਕਰਾਉਣੇ ਆ ਤੇ ਦੋਨੇ ਬਿੱਲ ਵਾਪਸ ਕਰਾਉਣੇ ਆ। ਉਹਨਾਂ ਚਿਰ ਸਾਡਾ ਸੰਘਰਸ਼ ਜਾਰੀ रहेगा। जैसे हमारे साथियों ने अगला प्रोग्राम बताया है, सरकार का जो प्रोपेगेंडा हो रहा है किसानों के खिलाफ, इस एजिटेशन से हम उसका मुकाबला करने के लिए 10 लाख हिंदी में और 10 लाख पंजाबी में, 5 लाख अंग्रेजी में पैफलेट्स पा के सारे देश में बांटेंगे और जो सरकार प्रोपेगेंडा झूठा कर रही है उसका मुकाबला करेंगे। ऐसे ही सरकार प्राइम मिनिस्टर जैसे अपने मन की बात करते हैं, और 27 तारीख को हमने भी फैसला किया है कि जब वो अपने मन की बात करेंगे, लोगों के मन की बात तो नहीं सुनते, हम भी उस जगह से थालियां बजाएंगे ताकि उसकी बात ना कोई सुने। हमने फैसला किया है कि जब वो अपने मन की बात करेंगे। दूसरी हम कहनी चाहते हैं कि सरकार इस एजिटेशन से, इस संघर्ष से घबरा कर सारे देश में प्रचार कर रही है, खास तौर पे प्राइम मिनिस्टर के किसानों का जड़ा संघर्ष है। बहुत सारे किसान इस जड़ा है कानूनों को, इसको चंगा मानते हैं, इसका स्वागत करते हैं। ये कानून किसानों के हक में है, वो उनको लाभ होने लगा है। हम समझते हैं जो किसानों को पेश करते हैं वो किसान नहीं, बीजेपी के अपने कार्यकर्ता हैं। जब से ऑर्डिनेंस बने हैं, एक भी किसान ने, किसी एक भी जथेबंदी ने इनकी हिमायत नहीं करी, इन कानूनों की, इन कानूनों को मांगा नहीं। जब से ऑर्डिनेंस बना है किसान उसका विरोध करते आ रहे हैं। अब सरकार इस संघर्ष से घबरा कर जो झूठा प्रचार कर रही है वो बीजेपी के लोग हैं। दूसरा वो बोलते हैं कल पंजाब और हरियाणा में है, सारे देश में नहीं है। आज तो जैसे आपको साथियों ने बताया, सारे दुनिया ਦੇ ਵਿੱਚ ਇਸ ਦੇ ਹੱਕ ਦੇ ਵਿੱਚ ਕਾਨੂੰਨਾਂ ਨੂੰ ਦੇ ਖਿਲਾਫ किसान संघर्ष के हक ਦੇ ਵਿੱਚ देश पद्धर से दुनिया पद्धर से प्रोटेस्ट हो रहे हैं। जहां इसके हक की गल बात करने की अमेरिका में हुई तो वो बात कर नहीं सके। ऐसे ही उत्तराखंड में सरकार ने ट्रैक्टर रैली निकालने की कोशिश की, किसानों के विरोध सदका वो ट्रैक्टर रैली निकाल नहीं सके। तोमर साहब को अपने हलके में उसका विरोध हुआ। महाराष्ट्र के 3000 के लगभग किसान जो जहां से 1300 किलोमीटर है वहां से तुरे हैं अपने साधनों में, 24 तारीख को वहां दिल्ली पहुंच रहे हैं। इसका संकेत मिलता है जो संघर्ष है जो एक लोक राय बन रही है, सारे देश में बढ़ रहा है और मांग कर रहा है कि इन तीनों कानून जो किसान विरोधी हैं उनको रद्द किया जाए और हम उनको रद्द करा कर ही वापस जाएंगे। पंजाब तो चलिया अंदोलन हरियाणे चो हुंदा होया सारे देश दे विच फैल चुके है, जो इकल्ले देश दे विच नहीं दुनिया दे विच फैल चुके है। सारे विरोध हो रहा है और सानू इस गल की खुशी है भी जो साडे आगूआं ने मीटिंग दे विच सरकार नाल गलबात दे दौरान उन्हां नू निरोत्तर कीता और उहदे विच श्री नरेंद्र तोमर जी वालों जो ये गल मन्नी गई मीडिया के सामने कि हमसे चूक हुई है, हम गलती कर चुके हैं ये बिल बनाने में, मैं समझता ये बहुत बड़ी जीत है किसानों की। दूसरी बात, उन्होंने माना कि जो बिल हम लाए हैं ये ट्रेड और कमर्स के लिए हैं, किसानों खेती के लिए नहीं। मैं समझता हूँ जब खेती के लिए नहीं, किसानों के लिए नहीं, फिर इनको ठंडे बस्ते में क्यों नहीं डाला जा रहा, क्यों किसानों पे ये बिल जो हैं थोपे जा रहे हैं। सो आज हम किसान सभी देशवासी इस आंदोलन
में कूद चुके हैं सारे लोग, और ये बढ़ता ही जाएगा। और जो पीछे लोग रह गए हैं वो भी हमारे आंदोलन में आएंगे, और हमारी ये जो जीत होगी इन तीनों काले कानूनों को हम वापस कराकर ही दम लेंगे। एक बात और नोट करना कि 24 तरीक को 12 बजे हमारे नौजवानों ने किसान आईटी सेल तैयार किया है, जिसका नाम है किसान एकता मोर्चा। किसान एकता मोर्चा ये बड़ी मेहनत ਦੇ ਨਾਲ ਸਾਡਾ ਸੈੱਲ ਚਲਾ ਰਹੇ ਆ ਨੌਜਵਾਨ। 10 ਮਿਲੀਅਨ ਲੋਕਾਂ ਤੱਕ ਪਹੁੰਚ ਹੋ ਚੁੱਕੀ ਆ, ਔਰ ਇਹਦੇ ਬੜੀ ਤੇਜ਼ੀ ਦੇ ਨਾਲ ਮੈਂਬਰ ਵਧ ਰਹੇ ਆ। ਕੋਈ ਵੀ ਅਸੀਂ ਕਿਸਾਨ ਜਿੰਨੇ ਵੀ ਅਸੀਂ 5 ਕਿਸਾਨ ਬੈਠਾਂਗੇ 12 ਵਜੇ, ਕੋਈ ਵੀ ਸਾਨੂੰ ਕੁਐਸਚਨ ਕਰੇ ਉਹਦਾ ਜਵਾਬ ਦੇਵਾਂਗੇ। ਵੈਬੀਨਾਰ ਆਰਗੇਨਾਈਜ਼ ਵੈਬੀਨਾਰ ਨਹੀਂ 24 ਤਰੀਕ ਨੂੰ 12 ਵਜੇ 24 ਤਰੀਕ ਨੂੰ 12 ਵਜੇ ਹੋਊਗਾ। 5 ਕਿਸਾਨ ਸਾਡੇ ਬੈਠਣਗੇ, ਹਰ ਇੱਕ ਕੁਐਸਚਨ ਦਾ ਜਵਾਬ ਦੇਵਾਂਗੇ ਅਸੀਂ। ਕੋਈ ਵੀ ਤੁਸੀਂ ਮੀਡੀਆ ਵਿੱਚ ਜ਼ਰੂਰ ਦੇ ਦੇਣਾ। ਕੋਈ ਕਿਸੇ ਤਰ੍ਹਾਂ ਦਾ ਸਵਾਲ ਕਰੇ ਅਸੀਂ ਉਹਦਾ ਲੌਜਿਕ ਦੇ ਨਾਲ ਜਵਾਬ ਦੇਵਾਂਗੇ। ਕੋਈ ਐ ਨਹੀਂ ਵੀ ਲੋਕ ਛਾਪ ਕੇ ਦੇਵਾਂਗੇ। ਪਹਿਲਾਂ ਬੀਜੇਪੀ ਵਾਲੇ 9 MP ਪੰਜਾਬ ਭੇਜੇ, ਕਿਸੇ ਨੂੰ ਸਮਝਾ ਨਹੀਂ ਸਕੇ। 20 ਲੱਖ ਪੈਂਫਲੇਟ ਛਾਪਿਆ, ਵੰਡ ਨਹੀਂ ਸਕੇ ਪੰਜਾਬ ਹਰਿਆਣੇ ਵਿੱਚ। ਇੰਨਾ ਵਿਰੋਧ ਪਿੰਡਾਂ ਦੇ ਵਿੱਚ ਹੋ ਰਿਹਾ। ਉਹ ਸਿਰਫ ਵੈਬੀਨਾਰ ਰਾਹੀਂ ਉੱਥੇ ਮੀਟਿੰਗਾਂ ਕਰਕੇ ਮੁੜ ਕੇ ਆ ਗਏ ਆ। ਇੱਕ ਦਿਨ ਬੀਬੀ ਜਗੀਰ ਕੌਰ ਨੇ ਕਹਿ ਤਾ ਇਹ ਤਾਂ ਸਾਡੇ ਬੰਦੇ ਆ। ਅਸੀਂ ਚੈਲੰਜ ਕੀਤਾ ਕਿ ਬੀਬੀ ਜਗੀਰ ਕੌਰ ਦੇ ਬੰਦੇ ਤੇ 5 ਮਿੰਟ ਲਈ ਸਟੇਜ 'ਤੇ ਬੋਲ ਕੇ ਦਿਖਾੜੇ, ਪਤਾ ਲੱਗ ਜਾਊਗਾ ਕਿ ਵਾਪਸ ਆਉਂਦੀ ਕਿ ਨਹੀਂ ਆਉਂਦੀ। ਇਹ ਲੋਕ ਕਿਸਾਨ ਆ, ਕਿਸਾਨਾਂ ਦੇ ਹਮਾਇਤੀ ਆ। ਇਹ ਲੋਕ ਅੰਦੋਲਨ ਬਣ ਚੁੱਕਾ। ਇਹ ਕਿਸੇ ਪਾਰਟੀ ਦਾ ਮੋਰਚਾ ਨਹੀਂ, ਇਹ ਕਿਸਾਨਾਂ ਦਾ ਮੋਰਚਾ ਆ। ਇਹਦੇ ਵਿੱਚ ਕੋਈ ਸਿਆਸੀ ਧਿਰ ਨਹੀਂ ਹੈਗੀ। 24 तारीख को 12 बजे हम लोग ने वेबिनार प्लान करा है। जो उसका लिंक है, जूम का जो लिंक है वो हम अपने डिजिटल प्लेटफॉर्म के ऊपर डाल देंगे कल सुबह। जो भी हमारे साथ जुड़ना चाहता है, जो भी किसी के सारे भारत में, सारे वर्ल्ड में किसी के सवाल हैं जो समझ में नहीं आ रहे कि हम लोग यहाँ पे क्यों बैठे हुए हैं, वो उसको लिंक के ज़रिए हमारे साथ रजिस्ट्रेशन कर सकता है। जो पहले 10,000 आदमी, एक जूम लिंक के ऊपर 10,000 आदमी हमारे साथ जुड़ सकता है। जो पहले जुड़ जाएगा उनको हम प्लेटफॉर्म के ऊपर लेंगे। और मैं बेनती करना चाहूँगा कंगना रनौत, मुकेश खन्ना, पायल और जो भी ये लोग डिजिटल मीडिया पे हमारे खिलाफ बोल रहे हैं, वो ज़रूर इस वेबिनार में जुड़ें और अच्छे तरह से तैयारी करके आएँ इन बिलों की, ताकि हम उनका बहुत समझदारी के साथ उनको समझा सकें कि वाई वी आर सिटिंग हेयर। और हम सभी पार्टियों को, कोई भी इसमें वो नहीं है, जो भी किसी भी बैकग्राउंड से है वो इसके साथ जुड़ सकता है। जो 10,000 बंदा हमारे साथ जुड़ेगा, उसके अलावा हमारे फेसबुक, इंस्टाग्राम, यूट्यूब, जितने भी डिजिटल प्लेटफॉर्म्स हैं, सभी जगह से हम लोग लाइव होंगे और वो जो अपने सवाल है हमारे आगे रख सकते हैं। ਜਿਹੜੀਆਂ 452 ਜਥੇਬੰਦੀਆਂ ਆ ਉਹਨਾਂ ਨੇ ਆਪਣਾ ਇੱਕ 7 ਮੈਂਬਰੀ ਗਰੁੱਪ ਬਣਾਇਆ ਆ ਜੀ, ਤੇ ਜਿਹੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਆ ਉਹਨਾਂ ਦਾ ਆਪਣਾ ਚੱਲ ਰਿਹਾ। 2 ਜਥੇਬੰਦੀਆਂ ਸਾਡੇ ਨਾਲ ਪੰਜਾਬ ਦੇ ਵਿੱਚ ਤਾਲਮੇਲ ਨਾਲ ਐਕਸ਼ਨ ਕਰ ਰਹੀਆਂ, ਪਰ ਸਾਡਾ ਮੰਗਾਂ ਤੇ ਕੋਈ ਵਿਤਕਰਾ ਨਹੀਂਗਾ, ਸਾਰੇ ਸਾਂਝੇ ਆ। ਹੁਣ ਜਦੋਂ ਅਸੀਂ ਜਾਂਦੇ ਆ ਤੇ 5 ਮੈਂਬਰ ਸੈਂਟਰ ਵਾਲੇ ਜਾਂਦੇ ਜਿਹੜੇ ਇਲੈਕਟਡ ਆ ਸਾਰੀਆਂ ਜਥੇਬੰਦੀਆਂ ਵੱਲੋਂ ਭਾਰਤ ਭਰ ਦੇ, ਤੇ ਉਹਦੇ ਵਿੱਚੋਂ 2 ਪੰਜਾਬ ਦੇ ਆ, ਡੱਲੇਵਾਲ ਸਾਹਿਬ ਤੇ ਰਾਜਾ ਸਾਹਿਬ। ਇੱਦਾਂ ਹੀ ਕੱਕਾ ਜੀ ਆ ਮੱਧ ਪ੍ਰਦੇਸ਼ ਤੋਂ, ਯੂਪੀ ਤੋਂ ਆ ਰਣਜੀਤ ਜੀ ਆ, ਤਜਿੰਦਰ ਜੀ ਆ, ਟਕੈਤ ਸਾਹਿਬ ਆ। ਇਹ ਇੱਦਾਂ ਕਮੇਟੀ ਬਣੀ ਹੋਈ ਆ ਸਾਡੀ। ਹੁਣ ਸਾਨੂੰ ਚਿੱਠੀ ਵੀ ਜਿਹੜੀ ਆਈ ਆ ਉਹ 39 ਲੋਕਾਂ ਨੂੰ ਆਈ ਆ, 39 ਤੇ 39 ਨਹੀਂ ਜਾਵਾਂਗੇ ਅਸੀਂ, ਜੇ ਗਏ ਤਾਂ ਡਿਸੀਜਨ ਇਹਦਾ ਕੱਲ੍ਹ ਨੂੰ ਹੋਊਗਾ, ਕਿਉਂਕਿ ਅੱਜ ਸਾਰੀਆਂ ਜਥੇਬੰਦੀਆਂ ਨੂੰ ਚਿੱਠੀ ਕੱਲ੍ਹ ਹੀ ਆਈ ਹੈ, ਕੱਲ੍ਹ ਰਾਤ ਪਿਛਲੀ ਰਾਤ ਇਹ ਆਈ ਆ। ਅਸੀਂ ਸਾਰਿਆਂ ਨੂੰ ਕਮਿਊਨੀਕੇਟ ਨਹੀਂ ਕਰ ਸਕੇ, ਵੱਖਰੇ ਮੋਰਚਿਆਂ 'ਤੇ ਆ। ਜਿਹੜਾ ਕਈ ਕਹਿੰਦੇ ਨਾ ਵੀ 2 ਹੀ ਮੋਰਚੇ ਆ, ਪਲਵਲ ਵਾਲਾ ਮੋਰਚਾ ਤੇ ਗਾਜੀਪੁਰ ਵਾਲਾ ਮੋਰਚਾ, ਇਹ ਯੂਪੀ ਤੇ ਉੱਤਰਾਖੰਡ ਵਾਲਿਆਂ ਨੇ ਰੋਕਿਆ, ਉਹ ਤਾਂ ਪੰਜਾਬ ਵਾਲਿਆਂ ਨੇ ਰੋਕਿਆ, ਉੱਧਰ ਦੇ ਲੋਕਾਂ ਨੇ ਰੋਕਿਆ। ਉਹ ਜੈਪੁਰ ਵਾਲਾ ਰਸਤਾ ਰਾਜਸਥਾਨ ਵਾਲਿਆਂ ਨੇ, ਹਰਿਆਣੇ ਵਾਲਿਆਂ ਨੇ ਰੋਕਿਆ। ਇਹ ਕਾਗਰੇ ਵਾਲਾ ਰਹਿੰਦਾ, ਉਹ ਵੀ ਥੋੜ੍ਹੇ ਲੰਬੇ ਰੁਕ ਜਾਊਗਾ। ਅਜੀਬ ਬਾਤ ਇਹ ਹੈ
तोमर की अपनी किसान जथेबंदी है, किसान महासंघ, RSS का एक ही महासंघ है ना, उन्होंने तो डेमोन्स्ट्रेट किया है कि MSP कंपल्सरी होनी चाहिए, लीगल होनी चाहिए और सरकारी खरीद की गारंटी होनी चाहिए। उनको क्यों नहीं बुलाते? उनसे बयान दे के ये कानून अच्छे हैं। ये जो डम्मी फेक ऑर्गेनाइजेशन खड़ी की जा रही हैं, ये कोई ऑर्गेनाइजेशन नहीं है, इनका कोई बैकग्राउंड नहीं है, केंद्र सरकार इनका नो इन्हों का कोई पास्ट नहीं, कोई जथेबंदी नहीं। तो तुसीं देखिया होगा पहले दिन जिदन उन्होंने मीटिंग की है, 500 रुपए नूं दिहाड़ी ते लैके आए मुलाजमां नूं। उन्होंने पूछा तुसीं की करना है? वो कहते हम तो जानते नहीं क्यों आए हो। वो बोलते हमारे दिहाड़ी 500 रुपये कोई भी ले जाए। ऐसे तो पैसे देकर कोई भी लाया जा सकता है। किसान महासंघ ने आज तक बयान क्यों नहीं दिया उनके फेवर में? सुप्रीम कोर्ट ने अटॉर्नी जनरल को बोला कि आप पहली बात तो PI थी सड़कें खाली कराने के लिए। ये पहली बार हुआ कि देश की सबसे बड़ी अदालत ने किसानों की एजिटेशन को जस्टिफाइड कहा, पीसफुल, जस्टिफाइड एंड मोस्ट डिसिप्लिन्ड। ये पहली बार APS कोर्ट बोल रही है। और उसने बोला कि किसानों ने रास्ता नहीं रोका, सरकार ने किसानों को मजबूर किया जहाँ बैठने के लिए। ये पहली बार हुआ ना। उन्होंने एक और सवाल रेज किया AG के सामने कि आप बोलो, आपकी सरकार एक अच्छे इकोनॉमिस्ट, एग्रीकल्चरिस्ट, किसान लीडर्स, उनको बनाकर एक कमेटी बनाओ और जितना देर तक कमेटी में डिस्कशन होती है, ये तीनों काले कानून इनको फ्रीज कर दो, रोक दो इनको। तो उसके बारे में अभी तक ना सरकार बोली है ना AG बोला है। मैंने आपको बोला है कि हमारी ऑर्गेनाइजेशन कोई ऑटोक्रेट थोड़ी है BJP सरकार वर्गी कि एक मंत्री संभाल कर बैठा है, खेती मंत्री के पास राइट ही कोई नहीं है। 5 मिनट के किए हैं तो खेती मंत्री को 10 मिनट बाद पूछना पड़ता है कि मैं क्या बोलूँ क्या ना बोलूँ। ये कोई कैबिनेट थोड़ी है। हमारी ऑर्गेनाइजेशन डेमोक्रेटिक है, हम मीटिंग करते हैं, मीटिंग में जो बहुत सहमति का फैसला होता है वही लागू करते हैं। वो मीटिंग कल होगी। ये जी चिट्ठी है जो 5 तरीक ਨੂੰ ਸਾਡੇ ਨਾਲ ਬਾਰ-ਬਾਰ ਗੱਲਾਂ ਕੀਤੀਆਂ ਸੀ, ਉਹੀ ਉਹਨਾਂ ਨੇ ਕੋਡ ਕੀਤਾ ਆ। ਇੰਨੀ ਤਰੀਕ ਨੂੰ ਮੀਟਿੰਗ ਹੋਈ, ਉਹ ਚਾਹ ਗੱਲ ਹੋਈ, ਇੰਨੀ ਤਰੀਕ ਨੂੰ ਮੀਟਿੰਗ ਹੋਈ, ਆਹ ਗੱਲ ਹੋਈ। ਉਹਦੇ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ। ਤੁਸੀਂ ਅਜੀਬ ਗੱਲ ਦੇਖੋ ਕਿ ਇਹੋ ਜਿਹੀ ਸਰਕਾਰ ਆ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਣਾ, ਜਿਨ੍ਹਾਂ ਨੇ ਨਜਾਇਜ਼ ਕਮਾਈ ਕਰਨੀ, ਉਹਨਾਂ ਲਈ ਤਾਂ ਕਾਨੂੰਨ ਬਣਾਏ ਗਏ ਆ, ਸਿਕਿਉਰਿਟੀ ਦਿੱਤੀ ਗਈ ਆ। ਸਾਡੇ ਵਾਸਤੇ MSP ਦੀ ਸਿਕਿਉਰਿਟੀ ਦੇਣ ਨੂੰ ਤਿਆਰ ਨਹੀਂ। सरकार सरकारी खरीद की गारंटी का कानून बनाने तैयार नहीं। ये सरकार जे चो सब तो बड़ी लुट होनी है एसेंशियल कमोडिटी एक्ट, जे चो किसान को भाव नहीं ठीक मिलने, कंज्यूमर को महंगे भाव से चीज़ा मिलनिया, वो एक भी अमेंडमेंट करने तैयार नहीं। वो सद्दा तो लोगों के अपना नक बचाने के वास्ते सद्दा आ। पहली बारी होया असीं तैनूं फैक्ट्री कहते, वैसे तो फिर सरकार सानूं पुछ रही है कदों आओगे, नहीं तो सरकार कहदियां साडे कोल टाइम नहीं। ये लोगों का प्रैशर है, किसानों की कुर्बानी है, जिहदे करके सरकार सानूं पुछ रही है कि तुसीं कदों आओगे। वो असीं कल विचारांगे जाना कि नहीं जाना। T5 चैनल पंजाबी हुणे सबसक्राइब करो, बैल आइकन ते क्लिक करो।